ਸਤਿ ਸ਼੍ਰੀ ਅਕਾਲ। ਔਨ 에ਅਰ ਦੇ ਨਾਲ ਔਨ 에ਅਰ ਹੋ ਤੁਸੀਂ। ਮੈਂ ਹਾਂ ਪ੍ਰਿੰਸ ਭਾਰਦਵਾਜ। ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਸੰਗਰੂਰ ਦੀ ਜ਼ਿਮਨੀ ਚੋਣ ਦਾ ਮਾਹੌਲ ਥੋੜਾ ਜਿਹਾ ਸ਼ਾਂਤ ਹੋਇਆ ਕਿਉਂਕਿ ਆਦਰਸ਼ ਚੋਣ ਜ਼ਾਬਤਾ ਜਿਹੜਾ ਉਹ ਲੱਗ ਚੁੱਕਿਆ ਔਰ ਕੱਲ ਸੰਗਰੂਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਜਿਹੜੀ ਹੈ ਉਹ ਨੇਪਰੇ ਚੜ੍ਹਨੀ ਹੈ। ਦੂਸਰੇ ਪਾਸੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਅਤੇ ਉਸ ਦੇ ਸਹਿਯੋਗੀ ਪਾਰਟੀਆਂ ਦੀ ਸਰਕਾਰ ਦੇ ਉੱਤੇ ਬਹੁਤ ਵੱਡਾ ਸੰਕਟ ਖੜਾ ਹੋ ਗਿਆ। ਸੰਕਟ ਵੀ ਇਸ ਤਰੀਕੇ ਨਾਲ ਖੜਾ ਹੋਇਆ ਕਿ ਇਸ ਦੇ ਤਹਿ ਦੇ ਵਿੱਚ ਔਰ ਪਿਛੋਕੜ ਦੇ ਵਿੱਚ ਸਾਨੂੰ ਲਾਜ਼ਮੀ ਜਾਣਾ ਪਏਗਾ। ਮਹਾਰਾਸ਼ਟਰ ਦੀ ਸਰਕਾਰ ਕੀ ਡਿੱਗੇਗੀ, ਕੀ ਬਚੇਗੀ, ਆਉਣ ਵਾਲੇ 1-2 ਘੰਟਿਆਂ ਦੇ ਵਿੱਚ ਸਾਨੂੰ ਸਾਫ਼ ਔਰ ਸਪਸ਼ਟ ਤਸਵੀਰ ਨਜ਼ਰ ਆ ਜਾਏਗੀ। ਪਰ ਮਹਾਰਾਸ਼ਟਰ ਦੀ ਉਦਾਹਰਨ ਤੋਂ ਪਹਿਲਾਂ ਤੁਹਾਨੂੰ ਭਾਰਤੀ ਜਨਤਾ ਪਾਰਟੀ ਨੇ ਕਿਸ ਤਰੀਕੇ ਨਾਲ ਕਿਹੜੇ ਸੂਬਿਆਂ ਦੇ ਵਿੱਚ ਜਿੱਥੇ ਗੈਰ ਭਾਜਪਾਈ ਸਰਕਾਰਾਂ ਸਨ ਉਹਨਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਰਕਾਰਾਂ ਡੇਕ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਕਾਰਾਂ ਬਣਾ ਲਈਆਂ। ਸਾਰਿਆਂ ਨੂੰ ਪਤਾ ਹੈ ਕਿ 2014 ਤੋਂ ਬਾਅਦ ਹੁਣ ਤੱਕ ਕੇਂਦਰ ਦੇ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਸਪਸ਼ਟ ਬਹੁਮਤ ਦੇ ਨਾਲ ਆਪਣੀ ਸਰਕਾਰ ਦੂਸਰੀ ਪਾਰੀ ਦੇ ਵਿੱਚ ਬਣਾਈ ਬੈਠੀ ਹੈ। ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਆਪਣਾ ਰਾਜ ਹੈ। ਸੂਬਿਆਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ। ਪਰ ਜਿੱਥੇ ਗੈਰ ਭਾਜਪਾਈ ਪਾਰਟੀਆਂ ਦੀਆਂ ਸਰਕਾਰਾਂ ਨੇ ਉੱਥੇ ਭਾਰਤੀ ਜਨਤਾ ਪਾਰਟੀ ਕਦੇ ਵੀ ਇਹ ਨਹੀਂ ਚਾਹੁੰਦੀ ਕਿ ਉਹ ਸਰਕਾਰਾਂ ਚੱਲਣ ਜਾਂ ਉਹ ਸਰਕਾਰਾਂ ਲੋਕਤੰਤਰਿਕ ਤਰੀਕੇ ਨਾਲ ਲੋਕਤੰਤਰਿਕ ਢਾਂਚੇ ਦੇ ਵਿੱਚ ਰਹਿ ਕੇ ਕੰਮ ਕਰਨ। ਭਾਜਪਾ ਨੇ ਸਪਸ਼ਟ ਤੌਰ ਦੇ ਉੱਤੇ ਇੱਕ ਨੀਤੀ ਅਪਣਾਈ ਹੈ ਕਿ ਸਾਮ ਦਾਮ ਦੰਡ ਭੇਦ ਕੋਈ ਵੀ ਤਰੀਕਾ ਅਪਣਾਇਆ ਜਾਵੇ। ਜਿਹੜੇ ਸੂਬਿਆਂ ਦੇ ਵਿੱਚ ਗੈਰ ਭਾਜਪਾਈ ਸਰਕਾਰਾਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਅਸਥਿਰ ਕਰਕੇ ਸੁੱਟਿਆ ਜਾਵੇ। ਉਦਾਹਰਨਾਂ ਬਹੁਤ ਸਾਰੀਆਂ ਨੇ। ਉਦਾਹਰਨਾਂ ਦੇ ਵਿੱਚੋਂ ਇੱਕ ਪਿਛੋਕੜ ਦੇ ਉੱਤੇ ਤੁਹਾਡੀ ਝਾਤ ਮਰਵਾਉਣਾ ਕਿ ਕਾਂਗਰਸ ਦੀ ਸਰਕਾਰ ਬਣੀ ਰਾਜਸਥਾਨ ਦੇ ਵਿੱਚ ਇੱਕ ਐਸਾ ਸੰਕਟ ਪੈਦਾ ਕੀਤਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਔਰ ਸਚਿਨ ਪਾਇਲਟ ਜਿਹੜੇ ਕਿ ਯੁਵਾ ਨੇਤਾ ਨੇ ਕਾਂਗਰਸ ਦੇ, ਉਹਨਾਂ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਨੇ ਐਸਾ ਮਾਹੌਲ ਕ੍ਰੀਏਟ ਕੀਤਾ ਕਿ ਰਾਜਸਥਾਨ ਦੀ ਸਰਕਾਰ ਮਸਾਂ ਡਿੱਗਦੇ ਬਚੀ। ਸਚਿਨ ਪਾਇਲਟ ਨੂੰ ਮਿੰਨਤਾਂ ਕਰਕੇ ਦਿੱਲੀ ਬੁਲਾਇਆ ਗਿਆ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਵਾਡਰਾ ਦੁਆਰਾ ਔਰ ਸਚਿਨ ਪਾਇਲਟ ਨੂੰ ਬਹੁਤ ਸਮਝਾਉਣ ਤੋਂ ਬਾਅਦ ਅਹੁਦੇ ਦੇਣ ਤੋਂ ਬਾਅਦ ਫਿਰ ਵਾਪਸ ਜਾ ਕੇ ਰਾਜਸਥਾਨ ਭੇਜਿਆ ਗਿਆ ਤੇ ਰਾਜਸਥਾਨ ਦੀ ਸਰਕਾਰ ਸਥਿਰ ਹੋ ਕੇ ਇਸ ਵਕਤ ਕਾਂਗਰਸ ਦੀ ਚੱਲ ਰਹੀ ਹੈ। ਕਰਨਾਟਕਾ ਦੇ ਉੱਤੇ ਨਜ਼ਰ ਮਾਰ ਲਓ। ਕਰਨਾਟਕਾ ਦੇ ਵਿੱਚ ਕੀ ਹੋਇਆ ਸੀ ਕਿ ਕਰਨਾਟਕਾ ਦੇ ਵਿੱਚ ਜਦੋਂ ਚੋਣਾਂ ਹੋਈਆਂ 2019 ਦੇ ਵਿੱਚ 2018 ਔਰ 19 ਦੇ ਵਿੱਚ ਕਰਨਾਟਕਾ ਦੇ ਵਿੱਚ ਕਾਂਗਰਸ ਨੇ ਆਪਣੀ ਸਰਕਾਰ ਬਣਾ ਲਈ। ਕਾਂਗਰਸ ਨੇ ਸਰਕਾਰ ਬਣਾਈ ਤਾਂ ਭਾਰਤੀ ਜਨਤਾ ਪਾਰਟੀ ਇਹ ਕਿਵੇਂ ਸਹਿਣ ਕਰ ਸਕਦੀ ਸੀ ਕਿ ਜਿੱਥੇ ਉਹ ਸਰਕਾਰ ਬਣਾਉਂਦਿਆਂ ਰਹਿ ਗਈ ਤੇ ਉੱਥੇ ਕਾਂਗਰਸ ਦੀ ਸਰਕਾਰ ਬਣ ਜਾਏ। ਕਾਂਗਰਸ ਦੇ ਉੱਥੋਂ ਦੇ ਜਿਹੜੇ ਉਸ ਵਕਤ ਦੇ ਮੁੱਖ ਮੰਤਰੀ ਸਨ ਉਹਨਾਂ ਮੁੱਖ ਮੰਤਰੀਆਂ ਦੇ ਵਿੱਚੋਂ 6 ਦੇ ਕਰੀਬ ਉਹਨਾਂ ਦੇ ਜਿਹੜੇ ਵਿਧਾਇਕ ਸੀਗੇ ਉਹ ਦਿੱਲੀ ਲਈ ਕੂਚ ਕਰਦੇ ਨੇ। 3 ਆਜ਼ਾਦ ਵਿਧਾਇਕ ਨਾਲ ਹੁੰਦੇ ਨੇ, ਉਹ ਦਿੱਲੀ ਲਈ ਕੂਚ ਕਰਦੇ ਨੇ। 6 ਦੇ ਵਿੱਚੋਂ ਕੁਝ ਇੱਕ ਵਾਪਸ ਤੁਰੰਤ ਕਰਨਾਟਕਾ ਵਾਪਸ ਪਰਤਦੇ ਨੇ, ਮੰਗਲੁਰੂ ਵਾਪਸ ਪਰਤਦੇ ਨੇ, ਕੁਝ ਇੱਕ ਦਿੱਲੀ ਰਹਿ ਜਾਂਦੇ ਨੇ। ਇਲਜ਼ਾਮ ਆਇਦ ਹੁੰਦੇ ਨੇ, ਦੋਸ਼ ਭਾਰਤੀ ਜਨਤਾ ਪਾਰਟੀ ਦੁਆਰਾ ਇਹ ਲਾਏ ਜਾਂਦੇ ਨੇ ਕਿ ਘੋੜਿਆਂ ਦੀ ਖਰੀਦੋ ਫਰੋਖਤ ਦੇ ਵਿੱਚ ਇਹ ਜਿਹੜੇ ਵਿਧਾਇਕ ਜਿਹੜੇ ਕਾਂਗਰਸ ਨਾਲ ਟੁੱਟ ਕੇ ਉੱਥੇ ਪਹੁੰਚ ਰਹੇ ਨੇ ਇਹਨਾਂ ਦਾ ਨਾਂ ਇੱਦਾਂ ਦੇ ਕਿਸੇ ਘੁਟਾਲੇ ਜਾਂ ਕਿਸੇ ਘਪਲੇ ਦੇ ਵਿੱਚ ਗੂੰਜਦਾ। ਕਹਿਣ ਦਾ ਭਾਵ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਡਰਾ ਕੇ ਉਹਨਾਂ ਨੂੰ ਆਪਣੇ ਪਾਲੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੋਇਆ ਕੀ ਕਿ ਕਰਨਾਟਕਾ ਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ HD ਕੁਮਾਰਾਸਵਾਮੀ ਜਿਹੜੇ ਕਿ ਆਪਣੀ ਸਰਕਾਰ ਵਧੀਆ ਤਰੀਕੇ ਨਾਲ ਚਲਾ ਰਹੇ ਸੀ ਪਰ ਉਹਨਾਂ ਦੇ ਵਿਧਾਇਕ ਖਰੀਦੇ ਗਏ, ਡਰਾਏ ਗਏ। ਉਹਨਾਂ ਦੇ ਵਿਧਾਇਕਾਂ ਨੂੰ ਦਿੱਲੀ ਦੇ ਵਿੱਚ ਰੱਖਿਆ ਗਿਆ, ਡੱਕਿਆ ਗਿਆ। ਕੁਝ ਇੱਕ ਵਿਧਾਇਕਾਂ ਨੂੰ ਮੁੰਬਈ ਦੇ ਇੱਕ ਵੱਡੇ ਹੋਟਲ ਦੇ ਵਿੱਚ ਠਹਿਰਾਇਆ ਗਿਆ। ਬਹੁਤ ਹਾਈ ਵੋਲਟੇਜ ਡਰਾਮਾ ਹੋਇਆ ਕਰਨਾਟਕਾ ਦੇ ਵਿਧਾਇਕਾਂ ਨੂੰ ਲੈ ਕੇ ਔਰ ਕਰਨਾਟਕਾ ਦੀ ਸਰਕਾਰ ਨੂੰ ਸਿੱਟਣ ਨੂੰ ਲੈ ਕੇ ਔਰ ਆਖਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਫਲਤਾ ਹਾਸਲ ਕੀਤੀ। HD ਕੁਮਾਰਾਸਵਾਮੀ ਜਿਹੜੇ ਕਿ ਕਾਂਗਰਸ ਦੇ ਮੁੱਖ ਮੰਤਰੀ ਸਨ ਉਹਨਾਂ ਦੇ ਸਹਿਯੋਗੀਆਂ ਦੀ ਸਰਕਾਰ ਬਣੀ ਹੋਈ ਸੀ, ਉਹਨਾਂ ਨੂੰ ਆਖਰਕਾਰ ਅਸਤੀਫਾ ਦੇਣਾ ਪਿਆ ਤੇ BS ਯੇਦਿਯੂਰੱਪਾ ਜਿਹੜੇ ਕਿ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕੇ ਸਨ ਕਰਨਾਟਕਾ ਦੇ, ਉਹ ਫਿਰ ਤੋਂ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਕਰਨਾਟਕਾ ਦੇ ਵਿੱਚ ਬੈਠਦੇ ਆ। ਦੂਜੀ ਉਦਾਹਰਨ ਸੀ ਇਹ। ਤੀਸਰੀ ਉਦਾਹਰਨ ਤੁਹਾਨੂੰ ਮੱਧ ਪ੍ਰਦੇਸ਼ ਦੀ ਦੇ ਦਿੰਦੇ ਹਾਂ। ਮੱਧ ਪ੍ਰਦੇਸ਼ ਦੇ ਵਿੱਚ ਹੁੰਦਾ ਕੀ ਹੈ ਕਿ 2019 ਦੇ ਵਿੱਚ ਇਹ ਖੇਡ ਸ਼ੁਰੂ ਹੁੰਦੀ ਹੈ। ਅਪ੍ਰੈਲ 2020 ਦੇ ਆਉਂਦਿਆਂ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਬਣੀ ਹੁੰਦੀ ਹੈ ਔਰ ਮੁੱਖ ਮੰਤਰੀ ਹੁੰਦੇ ਨੇ ਕਮਲਨਾਥ ਜਿਹੜੇ ਕਿ ਕਾਂਗਰਸ ਦੇ ਬਹੁਤ ਸੀਨੀਅਰ ਨੇਤਾ ਨੇ, ਸੀਨੀਅਰ ਆਗੂ ਨੇ। ਕਮਲਨਾਥ ਹੋਰਾਂ ਦੀ ਵੀ ਬਹੁਤ ਦੇਰ ਦੀ ਇੱਛਾ ਸੀ ਕਿ ਮੱਧ ਪ੍ਰਦੇਸ਼ ਦੀ ਸਿਆਸੀ ਵਸਾਤ ਦੇ ਉੱਤੇ ਉਹਨਾਂ ਦਾ ਨਾਂ ਕਿਤੇ ਚਮਕਦਾ ਹੋਇਆ ਨਜ਼ਰ ਆਵੇ। ਪਰ ਹੁੰਦਾ ਕੀ ਹੈ, ਭਾਰਤੀ ਜਨਤਾ ਪਾਰਟੀ ਉਹੀ ਸਾਮ ਦਾਮ ਦੰਡ ਭੇਦ ਦੀ ਰਾਜਨੀਤੀ ਅਪਣਾਉਂਦੇ ਹੋਏ
ਕਾਂਗਰਸ ਦੇ ਔਰ ਉਹਨਾਂ ਦੇ ਸਹਿਯੋਗੀ ਪਾਰਟੀਆਂ ਦੇ ਵਿਧਾਇਕਾਂ ਨੂੰ ਪੱਟਦੀ ਹੈ, ਡਰਾਉਂਦੀ ਹੈ। ਕਿਸੇ ਨੂੰ ਮੁੰਬਈ ਦੇ ਵਿੱਚ ਰੱਖਿਆ ਜਾਂਦਾ ਹੈ, ਕਿਸੇ ਨੂੰ ਦਿੱਲੀ ਦੇ ਵਿੱਚ ਰੱਖਿਆ ਜਾਂਦਾ ਹੈ, ਕਿਸੇ ਨੂੰ ਕਿਤੇ ਰੱਖਿਆ ਜਾਂਦਾ ਹੈ। ਅਖੀਰ ਕਮਲਨਾਥ ਜੀ ਦੀ ਸਰਕਾਰ ਡਿੱਗਦੀ ਹੈ ਤੇ ਫਿਰ ਜਿਹੜੀ ਸਰਕਾਰ ਬਣਦੀ ਹੈ ਭਾਰਤੀ ਜਨਤਾ ਪਾਰਟੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਬਣਾਉਂਦੀ ਹੈ। ਇਹ ਉਦਾਹਰਨ ਤੁਹਾਡੇ ਸਾਹਮਣੇ ਮੱਧ ਪ੍ਰਦੇਸ਼ ਦੀ ਹੋ ਗਈ। ਗੋਆ ਦੇ ਵਿੱਚ ਕੀ ਹੋਇਆ ਸੀ ਯਾਦ ਕਰੋ। ਗੋਆ ਦੇ ਵਿੱਚ ਸਪਸ਼ਟ ਬਹੁਮਤ ਇੱਕ ਤਰ੍ਹਾਂ ਦਾ ਕਾਂਗਰਸ ਨੂੰ ਮਿਲ ਗਿਆ ਸੀ, ਪਰ ਕਾਂਗਰਸ ਦੇ ਵਿਧਾਇਕ ਔਰ ਕਾਂਗਰਸ ਦੇ ਵਿਧਾਇਕ ਦਲ ਦੇ ਜਿਹੜੇ ਆਗੂ ਸੀ ਉਹ ਹੋਟਲ ਦੇ ਵਿੱਚ ਸੁੱਤੇ ਪਏ ਰਹਿ ਗਏ ਔਰ ਭਾਰਤੀ ਜਨਤਾ ਪਾਰਟੀ ਨੇ ਕੁਝ ਇੱਕ ਸਹਿਯੋਗੀਆਂ ਤੇ ਕੁਝ ਇੱਕ ਆਜ਼ਾਦ ਉਮੀਦਵਾਰਾਂ ਨੂੰ ਆਪਣੇ ਨਾਲ ਰਲਾ ਕੇ ਚੜ੍ਹਦੀ ਸਵੇਰ ਰਾਜਪਾਲ ਕੋਲੇ ਗਏ ਅਤੇ ਉਹਨਾਂ ਨੂੰ ਪੱਤਰ ਦੇ ਦਿੱਤਾ ਕਿ ਅਸੀਂ ਸਰਕਾਰ ਬਣਾਉਣ ਲਈ ਤਿਆਰ ਹਾਂ। ਕਾਂਗਰਸ ਬੈਠੀ ਬਿਠਾਈ ਰਹਿ ਗਈ ਤੇ ਗੋਆ ਦੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣ ਗਈ। ਮਹਾਰਾਸ਼ਟਰ ਦੇ ਸਿਆਸੀ ਸੰਕਟ ਤੇ ਆ ਜਾਓ। ਬਹੁਤ ਦੇਰ ਬਾਅਦ ਸ਼ਿਵ ਸੈਨਾ ਦਾ ਇਹ ਸੁਪਨਾ ਪੂਰਾ ਹੋਇਆ ਸੀ ਕਿ ਸ਼ਿਵ ਸੈਨਾ ਮਹਾਰਾਸ਼ਟਰ ਦੇ ਉੱਤੇ ਰਾਜ ਕਰੇ। ਉद्धਵ ਠਾਕਰੇ ਜਦੋਂ ਮੁੱਖ ਮੰਤਰੀ ਬਣਦੇ ਆ ਤਾਂ ਉद्धਵ ਠਾਕਰੇ ਦੁਆਰਾ ਮਹਾ ਵਿਕਾਸ ਅਘਾੜੀ ਜਿਹੜਾ ਇੱਕ ਅਲਾਈਅੰਸ ਬਣਾਇਆ ਜਾਂਦਾ, ਜਿਸ ਦੇ ਵਿੱਚ ਧੁਰ ਵਿਰੋਧੀ ਜਿਹੜੇ ਨੇ ਸ਼ਿਵ ਸੈਨਾ ਦੇ ਧੁਰ ਵਿਰੋਧੀ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਪਵਾਰ ਹੋਰਾਂ ਦੀ ਅਗਵਾਈ ਦੇ ਵਿੱਚ ਔਰ ਆਈਐਨਸੀ ਇੰਡੀਅਨ ਨੈਸ਼ਨਲ ਕਾਂਗਰਸ, ਜਿਨ੍ਹਾਂ ਦੇ ਵਿਚਾਰ ਹੀ ਨਹੀਂ ਮਿਲਦੇ। ਨਾ ਐਨਸੀਪੀ ਦਾ ਵਿਚਾਰ ਕਾਂਗਰਸ ਨਾਲ ਮਿਲਦਾ ਹੈ, ਨਾ ਕਾਂਗਰਸ ਦਾ ਵਿਚਾਰ ਸ਼ਿਵ ਸੈਨਾ ਨਾਲ ਮਿਲਦਾ, ਪਰ ਸਰਕਾਰ ਬਣ ਜਾਂਦੀ ਹੈ। ਸਰਕਾਰ ਇਸ ਤਰੀਕੇ ਨਾਲ ਫਾਰਮ ਹੁੰਦੀ ਹੈ। ਮੁੱਖ ਜਿਹੜੀ ਵਿਧਾਇਕ ਦਲ ਦੀ ਜਿਹੜੀ ਮੁੱਖ ਪਾਰਟੀ ਸਾਹਮਣੇ ਆਉਂਦੀ ਹੈ ਜਾਂ ਮੁੱਖ ਵਿਰੋਧੀ ਧਿਰ ਦੇ ਉੱਤੇ ਜਾਂ ਜਿਨ੍ਹਾਂ ਕੋਲ ਸਭ ਤੋਂ ਵੱਧ ਸੀਟਾਂ ਨੇ ਉਹ ਹੈ ਭਾਰਤੀ ਜਨਤਾ ਪਾਰਟੀ 106 ਸੀਟਾਂ ਦੇ ਨਾਲ। ਕੁਝ ਇੱਕ ਆਜ਼ਾਦ ਵਿਧਾਇਕ ਤੇ ਕੁਝ ਇੱਕ ਖੇਤਰੀ ਪਾਰਟੀਆਂ ਦੇ 6 ਹੋਰ ਵਿਧਾਇਕ ਉਹਨਾਂ ਦੇ ਨਾਲ ਨੇ। ਇਸ ਤਰੀਕੇ ਨਾਲ 112 ਦੀ ਗਿਣਤੀ ਜਿਹੜੀ ਵਿਧਾਇਕਾਂ ਦੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ। ਦੂਸਰੇ ਪਾਸੇ ਜਿਹੜਾ ਮਹਾ ਵਿਕਾਸ ਅਘਾੜੀ ਗੱਠਜੋੜ ਬਣਿਆ ਸੀ, ਉਸ ਗੱਠਜੋੜ ਦੀ ਤਸਵੀਰ ਕੀ ਸੀ? 55 ਵਿਧਾਇਕ ਨੇ ਸ਼ਿਵ ਸੈਨਾ ਦੇ ਕੋਲੇ, 53 ਵਿਧਾਇਕ ਨੇ ਐਨਸੀਪੀ ਦੇ ਕੋਲੇ, 44 ਵਿਧਾਇਕ ਨੇ ਆਈਐਨਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੋਲੇ ਤੇ ਬਾਕੀ ਕੁਝ ਇੱਕ ਹੋਰ 9 ਦੇ ਕਰੀਬ ਜਿਹੜੇ ਵਿਧਾਇਕ ਨੇ ਉਹ ਆਜ਼ਾਦ ਜਾਂ ਛੋਟੀਆਂ ਖੇਤਰੀ ਪਾਰਟੀਆਂ ਦੇ ਵਿਧਾਇਕ ਨੇ। ਇਸ ਤਰੀਕੇ ਨਾਲ 288 ਵਿਧਾਇਕਾਂ ਦੀ ਜਿਹੜੀ ਇਹ ਵਿਧਾਨ ਸਭਾ ਹੈ ਮਹਾਰਾਸ਼ਟਰ ਦੀ, ਇਸ ਵਿਧਾਨ ਸਭਾ ਦੇ ਵਿੱਚ ਇਹ ਜਿਹੜਾ ਮਹਾ ਵਿਕਾਸ ਅਘਾੜੀ ਗੱਠਜੋੜ ਹੈ ਇਹ ਆਪਣੀ ਸਰਕਾਰ ਬਣਾ ਲੈਂਦਾ। ਪਰ ਕਰੰਟ ਮੌਕੇ ਦੀ ਸਿਚੁਏਸ਼ਨ ਕੀ ਹੈ? ਮੌਕੇ ਦੀ ਸਿਚੁਏਸ਼ਨ ਇਹ ਹੈ ਕਿ ਏਕਨਾਥ ਸ਼ਿੰਦੇ ਜਿਹੜੇ ਕਿ ਕਿਸੇ ਵਕਤ ਉद्धਵ ਠਾਕਰੇ ਦੇ ਬਹੁਤ ਕਰੀਬੀ ਮੰਨੇ ਜਾਂਦੇ ਸੀ ਪਰ ਅੱਜ ਕੱਲ੍ਹ ਨਾਰਾਜ਼ ਚੱਲ ਰਹੇ ਨੇ, ਆਪਣੇ ਨਾਲ ਕਰੀਬ 21 ਵਿਧਾਇਕਾਂ ਨੂੰ ਲੈ ਕੇ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਜਾ ਕੇ ਬੈਠ ਗਏ। ਸਿੱਧੇ ਤੌਰ ਦੇ ਉੱਤੇ ਨਜ਼ਰ ਆਉਂਦਾ ਕਿ ਨਾਰਾਜ਼ਗੀ ਚੱਲ ਰਹੀ ਹੈ। 21 ਵਿਧਾਇਕ ਸਮੇਤ ਏਕਨਾਥ ਸ਼ਿੰਦੇ ਜਦੋਂ ਇਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚੋਂ ਨਿਕਲ ਕੇ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਚਲੇ ਜਾਂਦੇ ਨੇ ਔਰ ਗੁਜਰਾਤ ਦੇ ਵਿੱਚ ਧਿਆਨ ਦਿਓ ਸਰਕਾਰ ਕਿਸ ਦੀ ਹੈ? ਭਾਰਤੀ ਜਨਤਾ ਪਾਰਟੀ ਦੀ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਗੁਜਰਾਤ ਦੇ ਵਿੱਚ ਹੈ ਤੇ ਸੂਰਤ ਸ਼ਹਿਰ ਦੇ ਵਿੱਚ ਉਹ ਬੈਠੇ ਨੇ। ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਫੋਨ ਦੇ ਉੱਤੇ ਵੀ ਗੱਲ ਕਰਵਾਈ ਜਾਂਦੀ ਹੈ ਉद्धਵ ਠਾਕਰੇ ਦੇ ਨਾਲ। ਉद्धਵ ਠਾਕਰੇ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਜੇ ਚਾਹਣ ਮੇਰੀ ਪਾਰਟੀ ਵਾਲੇ ਤੇ ਮੈਂ ਅਸਤੀਫਾ ਦੇ ਦਿੰਦਾ ਤੇ ਏਕਨਾਥ ਸ਼ਿੰਦੇ ਨੂੰ ਆਪਾਂ ਮੁੱਖ ਮੰਤਰੀ ਬਣਾ ਦਿੰਦੇ ਆ, ਪਰ ਏਕਨਾਥ ਸ਼ਿੰਦੇ ਮੰਨਦੇ ਹੋਏ ਨਜ਼ਰ ਨਹੀਂ ਆ ਰਹੇ। ਹੁਣ ਏਕਨਾਥ ਸ਼ਿੰਦੇ ਅਤੇ ਹੋਰ ਜਿਹੜੇ ਬਾਕੀ ਦੇ ਵਿਧਾਇਕ ਨੇ ਉਹ ਸਾਰੇ ਮੂਵ ਕਰਕੇ ਮਿਜ਼ੋਰਮ ਤੇ ਅਸਾਮ ਦੀਆਂ ਜਿਹੜੀਆਂ ਵਾਦੀਆਂ ਨੇ ਉੱਥੇ ਚਲੇ ਗਏ ਨੇ। ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਉੱਥੇ ਮੂਵ ਕਰਵਾ ਦਿੱਤਾ ਹੈ। ਇਸ ਵਕਤ ਭਾਰਤੀ ਜਨਤਾ ਪਾਰਟੀ ਇਹ ਚਾਹ ਰਹੀ ਹੈ, ਸਿੱਧੇ ਤੌਰ ਦੇ ਉੱਤੇ ਮੈਂ ਕਹਿਣਾ ਚਾਹਾਂਗਾ ਕਿ ਭਾਰਤੀ ਜਨਤਾ ਪਾਰਟੀ ਦੀ ਸ਼ਤਰੰਜ ਦੇ ਜਿਹੜੇ ਸਭ ਤੋਂ ਵੱਡੇ ਖਿਡਾਰੀ ਮੰਨੇ ਜਾਂਦੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ 112 ਵਿਧਾਇਕ ਇਹਨਾਂ ਦੇ ਕੋਲੇ ਨੇ, 106 ਆਪਣੇ ਤੇ 6 ਜਿਹੜੇ ਆਜ਼ਾਦ ਤੇ ਛੋਟੀਆਂ ਖੇਤਰੀ ਪਾਰਟੀਆਂ ਦੇ ਨੇ ਤੇ ਬਾਕੀ ਵਿਧਾਇਕ ਜੇਕਰ ਇਹਨਾਂ ਨਾਲ ਟੁੱਟ ਕੇ ਸ਼ਿਵ ਸੈਨਾ ਦੇ ਆ ਜਾਂਦੇ ਨੇ ਤਾਂ ਕੋਈ ਮੌਕਾ ਨਹੀਂ ਛੱਡੇਗੀ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ। ਪਰ ਇਹ ਸਵਾਲ ਇੱਕ ਬਹੁਤ ਵੱਡਾ ਹੈ ਪਿਆਰੇ ਦਰਸ਼ਕੋ ਤੁਹਾਡੇ ਲਈ ਕਿ ਕੀ ਲੋਕਤੰਤਰ ਦੇ ਵਿੱਚ, ਲੋਕਤੰਤਰਿਕ ਢਾਂਚੇ ਦੇ ਵਿੱਚ ਇਸ ਤਰੀਕੇ ਦੀ ਘੁਸਪੈਠ ਕਰਨੀ ਜਾਇਜ਼ ਹੈ? ਫਿਰ ਅਸੀਂ ਕਿਸ ਤਰੀਕੇ ਨਾਲ ਕਹਿੰਦੇ ਹਾਂ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹਾਂ, ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹਾਂ? ਜਦੋਂ ਇਸ ਤਰੀਕੇ ਦੀਆਂ ਚਾਲਾਂ ਚੱਲੀਆਂ ਜਾਣਗੀਆਂ ਤਾਂ ਫਿਰ ਸੂਬਾ ਸਰਕਾਰਾਂ ਕਿਸ ਤਰੀਕੇ ਨਾਲ ਕੰਮ ਕਰਨਗੀਆਂ? ਇਹ ਸਮਝਣ ਤੇ ਸੋਚਣ ਵਾਲੀ ਗੱਲ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਇਹ ਸੰਕਟ ਸਾਨੂੰ ਪੰਜਾਬ ਦੀ ਧਰਤੀ ਦੇ ਉੱਤੇ ਵੀ ਵੇਖਣ ਨੂੰ ਮਿਲੇ। ਬੇਸ਼ੱਕ 92 ਵਿਧਾਇਕਾਂ ਦੇ ਨਾਲ ਆਮ ਆਦਮੀ ਪਾਰਟੀ ਪੂਰਨ ਤੇ ਸਪਸ਼ਟ ਬਹੁਮਤ ਦੇ ਨਾਲ ਸੂਬੇ ਦੇ ਉੱਤੇ ਰਾਜ ਕਰ ਰਹੀ ਹੈ, ਪਰ ਭਾਰਤੀ ਜਨਤਾ ਪਾਰਟੀ ਔਰ ਅਮਿਤ ਸ਼ਾਹ ਹੋਰੀ ਕਦੇ ਵੀ ਕੁਝ ਇੱਦਾਂ ਦਾ ਕਰ ਸਕਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੰਜਾਬ ਦੇ ਵਿੱਚੋਂ ਜਾ ਸਕਦੀ ਹੈ ਜਾਂ ਉਸ ਦੇ ਉੱਤੇ ਵੀ ਸਿਆਸੀ ਸੰਕਟ ਖੜਾ ਹੋ ਸਕਦਾ ਹੈ। ਇਹ ਸਵਾਲ ਅਸੀਂ ਇਸ ਕਰਕੇ ਚੁੱਕਿਆ ਹੈ ਕਿ ਲੋਕਤੰਤਰ ਦੇ ਵਿੱਚ ਇਹ ਸਵਾਲ ਚੁੱਕਿਆ ਜਾਣਾ ਬੜਾ ਲਾਜ਼ਮੀ ਹੈ ਕਿ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ, ਲੋਕਾਂ ਦੁਆਰਾ ਵਿਸ਼ਵਾਸ ਕਰਕੇ ਚੁਣੇ ਹੋਏ ਵਿਧਾਇਕ
ਜਦੋਂ ਇਸ ਤਰੀਕੇ ਨਾਲ ਪੈਸੇ ਦੇ ਲਾਲਚ ਦੇ ਵਿੱਚ, ਡਰ ਦੇ ਵਿੱਚ, ਭੈ ਦੇ ਵਿੱਚ ਜਾਂ ਆਪਣੀਆਂ ਕੀਤੀਆਂ ਗਲਤੀਆਂ ਦੇ ਕਾਰਨ ਦੂਜੀਆਂ ਪਾਰਟੀਆਂ ਦੇ ਪਾਲੇ ਦੇ ਵਿੱਚ ਚਲੇ ਜਾਂਦੇ ਨੇ, ਤਾਂ ਫਿਰ ਸਾਡਾ ਸਿਸਟਮ, ਸਾਡਾ ਢਾਂਚਾ ਕਿਸ ਤਰੀਕੇ ਨਾਲ ਚੱਲੇਗਾ। ਅਦਾਲਤਾਂ ਨੂੰ ਵੀ ਇਸ ਦੇ ਉੱਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।